ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਸੁੱਚੇ ਅੱਗੇ ਰਖਿਓ ਨ, ਕੋਇ ਨਾ ਪਿਟਿਓ ਜਾਏ। ਸੁੱਚਾ ਹੋਏ ਕੈ ਜੀਵਿਆ, ਲੱਗਾ ਪੜਨ ਸਲੋਕ। ਕੋਹਥੀ ਜਾਈ ਸਟਿਆ, ਕਿਸ ਇਹ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ, ਬੈ ਸੰਤਰ ਦੇਵਤਾ ਲੂਣਾ। ਪੰਜਵਾਂ ਪਾਇਆ ਕਿਰਤ, ਤਾ ਹੋਆ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿਤ। ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਵੈ ਰਸ ਖਾਹੇ। ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾਂ ਪਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀ ਵਾਰ, ਆਸਾ ਕੀ ਵਾਰ ਦੀ ਪਾਵਨ ਵਿਚਾਰ। ਅੱਜ 19ਵੀਂ ਪੌੜੀ ਦੇ ਨਾਲ ਲੱਗਦੇ ਸ਼ਲੋਕਾਂ ਦੀ ਵਿਚਾਰ ਆਪਾਂ ਆਰੰਭ ਕਰਨੀ ਹੈ। ਇਸ 19ਵੀਂ ਪੌੜੀ ਦੇ ਨਾਲ ਦੋ ਸ਼ਲੋਕ ਦਰਜ ਨੇ। ਦੋਵੇਂ ਸ਼ਲੋਕ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਸਤਿਗੁਰੂ ਜੀ ਅੱਜ ਪਹਿਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ, ਭਲਿਆ ਜੇ ਪਰਮਾਤਮਾ ਨੇ ਤੈਨੂੰ ਛਕਣ ਵਾਸਤੇ ਕੀਮਤੀ ਪਕਵਾਨ ਦਿੱਤੇ ਨੇ ਨਾ, ਜੇ ਪਰਮਾਤਮਾ ਨੇ ਛਕਣ ਵਾਸਤੇ ਕੀਮਤੀ ਭੋਜਨ, ਸਵਾਦਿਸ਼ਟ ਚੀਜ਼ਾਂ, ਬਰਕਤਾਂ, ਰਹਿਮਤਾਂ ਦਿੱਤੀਆਂ ਨੇ, ਸਤਿਗੁਰੂ ਕਹਿਣ ਲੱਗੇ ਉਸ ਪਰਮਾਤਮਾ ਦਾ ਸ਼ੁਕਰ ਵੀ ਕਰ ਦਿਆ ਕਰ। ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੁਨਿਆਵੀ ਤੌਰ 'ਤੇ ਰਸਾਂ ਦਾ ਖਸਾਂ ਦੇ ਵਿੱਚ ਖਿੱਚਤ ਹੈ, ਇਹਨਾਂ ਪਦਾਰਥਾਂ ਦੇ ਵਿੱਚ ਫਸਿਆ ਹੋਇਆ ਹੈ, ਜਾਂ ਇਉਂ ਕਹਿ ਲਈਏ ਕਿ ਜਿਹੜਾ ਮਨੁੱਖ ਪਰਮਾਤਮਾ ਦੀਆਂ ਰਹਿਮਤਾਂ ਨੂੰ, ਦਾਤਾਂ ਨੂੰ ਪ੍ਰਵਾਨ ਕਰਕੇ ਮਾਣ ਕੇ ਉਹਦਾ ਨਾਮ ਨਹੀਂ ਜਪਦਾ, ਸਤਿਗੁਰੂ ਕਹਿਣ ਲੱਗੇ ਉਸ ਮਨੁੱਖ ਦੇ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ ਨੇ, ਭਾਵ ਪਰਮਾਤਮਾ ਦੀ ਦਰਗਾਹ ਦੇ ਵਿੱਚ ਫਟਕਾਰਾਂ ਪੈਂਦੀਆਂ ਨੇ। ਮੈਂ ਇੱਕ ਬੇਨਤੀ ਕਰਾਂ, ਦੇਖੋ ਰੂਹਾਨੀਅਤ ਨੇ ਸਾਨੂੰ ਜਾਂ ਗੁਰਮਤਿ ਨੇ ਇੱਕ ਗੱਲ ਬੜੀ ਸੋਹਣੀ ਸਿਖਾਈ ਹੈ। ਕਹਿਣ ਲੱਗੇ ਇੱਕ ਗੱਲ ਯਾਦ ਰੱਖਿਓ, ਜੋ ਵੀ ਦਾਤਾਂ ਤੁਹਾਨੂੰ ਮਿਲਦੀਆਂ ਨੇ ਇਹ ਪਰਮਾਤਮਾ ਦਿੰਦਾ ਹੈ, ਅਤੇ ਤੁਸੀਂ ਦਾਤ ਲੈ ਕੇ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਜੀ। ਇਹ ਕੋਈ ਬਹੁਤੀ ਸਿਆਣਪ ਵਾਲੀ, ਬਹੁਤੀ ਚੰਗੀ ਗੱਲ ਨਹੀਂ। ਮਨੁੱਖ ਦਾ ਸੁਭਾਅ ਇੱਕ ਦਾਤ ਪਿਆਰੀ ਵਿਸਰਿਆ ਦਾਤਾਰਾ, ਇਹਨੂੰ ਉਹ ਦਾਤਾਰ ਜਿਹੜਾ ਉਹ ਪਰਮਾਤਮਾ ਭੁੱਲ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ, ਭਲਿਆ ਜਿਸ ਦਾ ਦਿੱਤਾ ਖਾਵਨਾ, ਜਿਸ ਪਰਮਾਤਮਾ ਦਾ ਦਿੱਤਾ ਤੂੰ ਖਾਨਾ ਹੈ ਨਾ, ਤਿਸ ਕਹੀਏ ਸ਼ਾਬਾਸ਼। ਉਸ ਪਰਮਾਤਮਾ ਦੀ ਵਡਿਆਈ ਕਰਿਆ ਕਰ, ਉਹਦੀ ਜਿਹੜੀ ਹੈ ਮਹਿਮਾ ਉਸਤਤ ਕਰਿਆ ਕਰ, ਤਾਂ ਜੋ ਉਹਨੇ ਤੈਨੂੰ ਛਕਣ ਵਾਸਤੇ ਇਹ ਪਕਵਾਨ, ਇਹ ਭੋਜਨ ਪਦਾਰਥ ਦਿੱਤੇ ਨੇ। ਅੱਜ ਦਾ ਜਿਹੜਾ ਸ਼ਲੋਕ ਹੈ
ਇਹਦੀ ਆਪਾਂ ਵਿਚਾਰ ਇਹਨਾਂ ਪੰਕਤੀਆਂ ਨੂੰ ਮੁੱਖ ਰੱਖ ਕੇ ਕਰਾਂਗੇ ਕਿ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹੇ ਨਾਨਕ ਏਵੈ ਜਾਣੀਐ ਤਿਤ ਮੁਖ ਤੁਕਾਂ ਪਾਹੇ। ਜਿਹੜਾ ਮੁਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਨਾਮ ਤੋਂ ਬਿਨਾਂ ਖਾਧੇ ਹੋਏ ਪਕਵਾਨ ਰਸ ਕਸ ਜਿਹੜੇ ਨੇ, ਸਤਿਗੁਰੂ ਕਹਿਣਗੇ ਕਈ ਵਾਰੀ ਮਨੁੱਖ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਬਦਨਾਮ ਕਰਾਉਂਦੇ ਨੇ, ਬੇਪੱਤ ਬੇਇੱਜ਼ਤ ਕਰਾਉਂਦੇ ਨੇ। ਸੋ ਇੱਥੇ ਹੁਣ ਇੱਕ ਸਵਾਲ ਪੈਦਾ ਹੋਵੇਗਾ ਕਿ ਨਾਨਕ ਇਵੇਂ ਜਾਣੀਏ, ਉਹ ਕਿਸ ਤਰੀਕੇ ਦੇ ਨਾਲ ਪਰਮਾਤਮਾ ਦੇ ਘਰ 'ਚ ਥੁੱਕਾਂ ਪੈਂਦੀਆਂ ਨੇ। ਫਿਰ ਉਹਦੇ ਪਰਥਾਏ ਸਤਿਗੁਰਾਂ ਨੇ ਉੱਤੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਹੈ, ਜਿੱਥੋਂ ਆਪਾਂ ਸ਼ਲੋਕ ਆਰੰਭ ਕਰਨਾ, ਜਿੱਥੋਂ ਵਿਚਾਰ ਆਰੰਭ ਹੁੰਦੀ ਹੈ। ਇੱਥੇ ਸਤਿਗੁਰਾਂ ਨੇ ਇੱਕ ਉਦਾਹਰਨ ਇੱਕ ਵਿਦਵਾਨ ਦੀ ਜਾਂ ਇੱਕ ਬ੍ਰਾਹਮਣ ਦੀ, ਇੱਕ ਪੰਡਤ ਦੀ ਦਿੱਤੀ ਹੋਈ ਹੈ। ਸਤਿਗੁਰੂ ਕਹਿਣ ਲੱਗੇ ਕਿ ਇੱਕ ਪੁਰੋਹਿਤ ਜੋ ਵੀ ਘਰ ਕਿਸੇ ਜਜਮਾਨ ਦੇ ਜਾਂ ਕਿਸੇ ਆਮ ਮਨੁੱਖ ਦੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੈ, ਕੋਈ ਖੁਸ਼ੀ ਹੈ, ਕੋਈ ਗਮੀ ਹੈ, ਜਾਂ ਕੋਈ ਉਹਨੂੰ ਸੱਦਾ ਦਿੰਦਾ, ਤੇ ਇਹ ਪੁਰੋਹਿਤ ਬ੍ਰਾਹਮਣ ਜਿਹਦਾ ਉਹ ਮਨੁੱਖ ਦੇ ਘਰ ਦੇ ਵਿੱਚ ਜਾਂਦਾ ਹੈ। ਹੁਣ ਹਿੰਦੂ ਮੱਤ ਜਿਹੜੀ ਹੈ ਉਹ ਬਾਹਰੀ ਕਰਮ ਕਾਂਡਾਂ 'ਤੇ ਬੜਾ ਜ਼ੋਰ ਦਿੰਦੀ ਹੈ। ਇਹਨਾਂ ਦਾ ਮੰਨਣਾ ਇਹ ਹੈ ਕਿ ਕੇਵਲ ਤੇ ਕੇਵਲ ਸਰੀਰ ਨੂੰ ਸਾਫ਼ ਰੱਖਣਾ ਅਤ ਲਾਜ਼ਮੀ ਹੈ। ਹੁਣ ਬ੍ਰਾਹਮਣ ਕੀ ਕਰਦਾ ਹੈ ਜੀ, ਸਭ ਤੋਂ ਪਹਿਲਾਂ ਆਪਣੇ ਤਨ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਹੈ, ਬਰੱਸ਼ ਕਰਦਾ, ਦਾਤਨ ਕਰਦਾ ਹੈ, ਫਿਰ ਨਹਾਉਂਦਾ ਧੋਂਦਾ ਹੈ, ਸਾਫ਼ ਕੱਪੜੇ ਪਾਉਂਦਾ ਹੈ, ਕਿਸੇ ਦਾ ਸ਼ੂਦਰ ਦਾ ਜਿਹੜਾ ਉਹ ਪਰਛਾਵਾਂ ਨਹੀਂ ਪੈਣ ਦਿੰਦਾ, ਕਿਤੇ ਕਿਸੇ ਦੇ ਨਾਲ ਕੋਈ ਕੱਪੜਾ ਟੱਚ ਨਹੀਂ ਹੋਣ ਦਿੰਦਾ। ਉਸ ਤੋਂ ਬਾਅਦ ਜਿਹੜਾ ਇਹਦੇ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ, ਭਾਵੇਂ ਇਹਦੇ ਘਰ 'ਚ ਤੇ ਭਾਵੇਂ ਕਿਸੇ ਘਰ ਦੇ ਵਿੱਚ, ਇਹ ਚਲੋ ਪਿੱਛੇ ਵੀ ਜ਼ਿਕਰ ਆਇਆ ਸੀ, ਪਰ ਅੱਜ ਦੇ ਸ਼ਲੋਕ ਦੀ ਵਿਆਖਿਆ ਲਈ ਇਹ ਗੱਲਾਂ ਸਾਂਝੀਆਂ ਕਰਨੀਆਂ ਪੈਣਗੀਆਂ। ਹੁਣ ਜਿਹਦੇ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕੀਤਾ ਜਾਣਾ ਹੈ, ਉਹ ਟੱਬਰ ਨੂੰ ਵੀ ਬਿਪਤਾ ਹੀ ਪਈ ਹੁੰਦੀ ਹੈ। ਉਹ ਟੱਬਰ ਵੀ ਸਾਰਾ ਪਹਿਲਾਂ ਨਹਾਉਂਦਾ ਧੋਂਦਾ ਹੈ। ਬੀਬੀ ਜਿਹਨੇ ਪ੍ਰਸ਼ਾਦਾ ਤਿਆਰ ਕਰਨਾ, ਉਹ ਪਹਿਲਾਂ ਗੋਹਾ ਫੇਰ ਕੇ, ਪੋਚਾ ਫੇਰ ਕੇ ਚੌਂਕੇ ਨੂੰ ਸਾਫ਼ ਕਰਦੀ ਹੈ, ਸੁੱਚਿਆਂ ਕਰਦੀ ਹੈ। ਜਿਸ ਵੇਲੇ ਚੌਂਕਾ ਸੁੱਚਾ ਕੀਤਾ ਜਾਂਦਾ ਹੈ, ਤੇ ਉਸ ਚੌਂਕੇ ਦੇ ਦੁਆਲੇ ਇੱਕ ਗੋਲ ਲਾਈਨ ਖਿੱਚੀ ਜਾਂਦੀ ਹੈ। ਉਹ ਲਾਈਨ ਖਿੱਚ ਕੇ ਤੇ ਜਿਹੜਾ ਇਹਦੇ ਵਾਸਤੇ ਭੋਜਨ ਪਕਵਾਨ ਜਿਹੜਾ ਉਹ ਤਿਆਰ ਕੀਤਾ ਜਾਂਦਾ ਹੈ। ਜਦੋਂ ਇਹ ਭੋਜਨ ਤਿਆਰ ਹੁੰਦਾ ਹੈ, ਤੇ ਇਹਦੇ ਉੱਤੇ ਕਿਸੇ ਸ਼ੂਦਰ ਦਾ, ਕਿਸੇ ਨੀਵੀਂ ਜਾਤ ਦਾ ਪਰਛਾਵਾਂ ਨਹੀਂ ਪਾਇਆ ਜਾਂਦਾ, ਤਾਂ ਜੋ ਇਹ ਭਿੱਟਿਆ ਨਾ ਜਾਵੇ। ਜਿਸ ਵੇਲੇ ਫਿਰ ਬ੍ਰਾਹਮਣ ਜੀ, ਇਹ ਪੰਡਤ ਜੀ ਆਉਂਦੇ ਨੇ, ਤੇ ਬੜੇ ਹੀ ਸਤਿਕਾਰ ਦੇ ਨਾਲ, ਬੜੇ ਪਿਆਰ ਦੇ ਨਾਲ ਇਹਨਾਂ ਦੇ ਅੱਗੇ ਥਾਲੀ ਦੇ ਵਿੱਚ ਪਰੋਸ ਕੇ ਉਹ ਪਕਵਾਨ ਰੱਖਿਆ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਇਹ ਇੱਦਾਂ ਦਾ ਕੁਛ ਨਾ ਕੁਛ ਜਿਹੜਾ ਹੈ ਉਹ ਭੇਖ ਜਾਂ ਇਹ ਇੱਦਾਂ ਦਾ ਪਖੰਡ ਕੀਤਾ ਜਾਂਦਾ ਹੈ। ਪਰ ਇਸ ਪਖੰਡ ਨੂੰ ਮੇਰੇ ਸਤਿਗੁਰੂ ਜੀ ਕਿਵੇਂ ਤੋੜਦੇ ਨੇ, ਆਪਾਂ ਇਸ ਸ਼ਲੋਕ 'ਚ ਸਾਂਝਾ ਕਰਾਂਗੇ। ਸਤਿਗੁਰੂ ਸ਼ਲੋਕ 'ਚ ਬਖਸ਼ਿਸ਼ ਕਰਦੇ ਨੇ। ਸ਼ਲੋਕ ਮਹੱਲਾ ਪਹਿਲਾ, ਇਹ ਯਾਦ ਰੱਖਿਓ 19ਵੀਂ ਪੌੜੀ ਦਾ ਇਹ ਪਹਿਲਾ ਸ਼ਲੋਕ ਹੈ। ਅੱਗੇ ਸ਼ਬਦ ਹੈ ਜੀ, ਪਹਿਲਾਂ ਸੁੱਚਾ ਆਪ ਹੋਏ। ਇੱਕ ਮੈਂ ਬੇਨਤੀ ਕਰਾਂ, ਜਿਵੇਂ ਆਰੰਭ 'ਚ ਆਇਆ ਸ਼ਲੋਕ ਮਹੱਲਾ ਪਹਿਲਾ, ਪਿਛਲੇ ਦਿਨਾਂ 'ਚ ਵੀ ਅਰਜ਼ ਕੀਤੀ ਸੀ, ਇਹ ਪਹਿਲਾ ਦਾ ਅਰਥ ਕਰਾਂਗੇ ਫਸਟ, ਜਾਂ ਕਹਿ ਦਾਂਗੇ ਪਹਿਲੇ ਨੰਬਰ 'ਤੇ ਸੰਖਿਆ ਵਾਚਕ ਆ ਗਿਆ ਗੁਰੂ ਨਾਨਕ ਸਾਹਿਬ ਜੀ। ਅੱਗੇ ਸ਼ਬਦ ਜਿੱਥੋਂ ਸ਼ਲੋਕ ਆਰੰਭ ਹੁੰਦਾ ਹੈ ਨਾ, ਉੱਥੇ ਸ਼ਬਦ ਹੈ ਪਹਿਲਾਂ, ਪੱਪਾ ਹਾਹੇ ਸਿਆਰੀ ਲੱਲੇ ਕੰਨਾ, ਇਹਨੂੰ ਨਾਸਕੀ ਉਚਾਰਨ ਕਰਨਾ ਹੈ। ਇਹਦਾ ਤੇ ਪਹਿਲਾ ਜਿਹੜਾ ਮਹੱਲਾ ਪਹਿਲਾ ਲਿਖਿਆ, ਉਹਦਾ ਇਹਨਾਂ ਉਚਾਰਨਾਂ 'ਚ ਫਰਕ ਪਵੇਗਾ। ਉਹ ਹੈ ਸ਼ਲੋਕ ਮਹੱਲਾ ਪਹਿਲਾ, ਇਹ ਹੈ ਜੀ ਪਹਿਲਾਂ। ਇਹ ਅਰਥ ਜੇ ਸੰਖਿਆ ਵਾ, ਉਹ ਸੰਖਿਆਵਾਚਕ ਆਵੇਗਾ। ਤੇ ਇਹ ਜਿਹੜਾ ਹੈ ਇਹ ਵਿਆਕਰਨਕ ਨਿਯਮ ਦੇ ਤਰੀਕੇ ਦੇ ਨਾਲ ਦੂਸਰੇ ਪੱਖ ਨੂੰ ਅਸੀਂ ਲਵਾਂਗੇ ਕਿ ਸਭ ਤੋਂ ਪਹਿਲਾਂ ਸਰਮੌਰ। ਵੈਸੇ ਇੱਕ ਦਾ ਅਰਥ ਵੀ ਸਭ ਤੋਂ ਪਹਿਲਾਂ ਹੀ ਹੁੰਦਾ ਹੈ, ਪਰ ਉਹ ਸੰਖਿਆਵਾਚਕ ਹੈ। ਇਹਦਾ ਉਚਾਰਨ ਕਰਾਂਗੇ ਪਹਿਲਾਂ, ਇਹਦਾ ਅਰਥ ਹੈ ਸਭ ਤੋਂ ਪਹਿਲਾਂ। ਪਹਿਲਾਂ ਸੁੱਚਾ ਆਪ ਹੋਏ। ਹੁਣ ਜਿਹਨੇ ਪਕਵਾਨ ਛਕਣ ਜਾਣਾ, ਜਿਹਨੇ ਪ੍ਰਸ਼ਾਦਾ ਛਕਣ ਜਾਣਾ ਹੈ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਕਿ ਉਹ ਬ੍ਰਾਹਮਣ ਜਿਹੜਾ ਸਭ ਤੋਂ ਪਹਿਲਾਂ ਆਪ ਸੁੱਚਾ ਹੁੰਦਾ ਹੈ, ਆਪ ਨੂੰ ਨਹਾ ਧੋ ਕੇ ਐ ਰਿਸ਼ਟ ਪੁਸ਼ਟ ਸਾਫ਼ ਸੁਥਰੇ ਕੱਪੜੇ ਪਾਉਂਦਾ ਹੈ। ਪਹਿਲਾਂ ਸੁੱਚਾ ਆਪ ਹੋਏ, ਆਪਣੇ ਆਪ ਨੂੰ ਜਿਹੜਾ ਸੀ ਚੰਗੀ ਤਰ੍ਹਾਂ ਨਵਾਇਆ ਧਵਾਇਆ, ਐ ਸਾਬਣ ਮਲ ਮੁਲ ਕੇ ਮੈਲ ਲਾਈ। ਅੱਗੇ ਕਹਿਣ ਲੱਗੇ ਜਿਸ ਵੇਲੇ ਆਪ ਸੁੱਚਾ ਹੋ ਗਿਆ, ਸੁੱਚਾ ਬੈਠਾ ਆਏ, ਤੇ ਇਹ ਮਨੁੱਖ ਜਿਹੜਾ ਚੌਂਕਾ ਸਾਫ਼ ਕੀਤਾ ਹੈ, ਸੁੱਚਾ ਕੀਤਾ ਹੋਇਆ ਹੈ, ਇਹ ਮਨੁੱਖ ਜਿਹੜੇ ਆਪਣੇ ਆਪ ਨੂੰ ਸੁੱਚਾ ਕਹਿੰਦਾ, ਇਹ ਉਸ ਘਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕਣ ਵਾਸਤੇ ਬੈਠ ਗਿਆ। ਇਹ ਥੋੜ੍ਹੀ ਜਿਹੀ ਆਪਾਂ ਇਹਨੂੰ ਸਾਖੀ ਦੇ ਵਾਂਗ ਸਮਝਾਂਗੇ ਤੇ ਜ਼ਿਆਦਾ ਸਮਝ ਲੱਗੇਗੀ। ਇਹ ਪਹਿਲਾਂ ਆਪ ਇਹਨੇ ਇਸ਼ਨਾਨ ਕੀਤਾ ਜੀ, ਫਿਰ ਨਹਾ ਧੋ ਕੇ ਜਿਸ ਘਰ ਨੇ ਸੱਦਾ ਦਿੱਤਾ ਹੈ, ਉਸ ਘਰ ਦੇ ਵਿੱਚ ਵੀ ਜਿਹੜਾ ਇਹਦੇ ਬਹਿਣ ਵਾਸਤੇ ਥਾਂ ਸਾਫ਼ ਕੀਤੀ ਗਈ ਹੈ। ਇਹ ਆਪਣੇ ਆਪ ਨੂੰ ਜਿਹੜਾ ਸੁੱਚਾ ਅਖਵਾਉਂਦਾ, ਇਹ ਉਸ ਥਾਂ 'ਤੇ ਜਾ ਕੇ ਬੈਠ ਜਾਂਦਾ ਹੈ। ਪਹਿਲਾਂ ਸੁੱਚਾ ਆਪ ਹੋਏ,
ਸੁੱਚੈ ਬੈਠਾ ਆਏ। ਹੁਣ ਅੱਗੇ ਸ਼ਬਦ ਹੈ ਸੁੱਚੇ ਅੱਗੇ ਰੱਖਿਓਨ। ਇਹਦੇ ਊੜਾ ਦਾ ਮੂੰਹ ਖੁੱਲਾ ਹੋਇਆ ਹੈ, ਇਹਦਾ ਉਚਾਰਨ ਕਰਾਂਗੇ ਰੱਖਿਓਨ। ਕਹਿਣ ਲੱਗੇ ਇਹ ਜਿਹੜਾ ਆਪਣੇ ਆਪ ਨੂੰ ਸੁੱਚਾ ਅਖਵਾਉਂਦਾ ਹੈ, ਸਾਫ਼ ਬਣਿਆ ਸੁਥਰਾ ਬਣਿਆ ਫਿਰਦਾ ਹੈ, ਕਹਿੰਦੇ ਇਹਦੇ ਅੱਗੇ ਉਹ ਸੁੱਚਾ ਪਾਕ ਪਵਿੱਤਰ ਭੋਜਨ ਰੱਖਿਆ ਜਾਂਦਾ ਹੈ। ਸੁੱਚੇ ਅੱਗੇ ਰੱਖਿਓਨ ਕੋਈ ਨਾ ਭੇਟਿਓ ਜਾਏ, ਭਿੱਟਿਓ ਜਾਏ। ਕਹਿੰਦੇ ਇਸ ਪਕਵਾਨ ਨੂੰ ਕਿਸੇ ਨੇ ਛੂਹਿਆ ਨਹੀਂ, ਕਿਸੇ ਦਾ ਪਰਛਾਵਾਂ ਨਹੀਂ ਪਿਆ, ਕਿਸੇ ਦੇ ਦੁਆਰਾ ਇਹ ਭਿੱਟਿਆ ਨਹੀਂ ਗਿਆ। ਅੱਗੇ ਸਤਿਗੁਰੂ ਕਹਿ ਲਗੇ ਸੁੱਚਾ ਹੋਏ ਕਹਿ ਜੇਵਿਆ। ਜੇਵੇ ਦਾ ਅਰਥ ਕਰਾਂਗੇ ਖਾਣ ਲੱਗਾ, ਛਕਣ ਲੱਗਾ। ਹੁਣ ਇਹਦੇ ਪੰਡਿਤ ਜੀ ਦੇ ਅੱਗੇ ਪ੍ਰਸ਼ਾਦਾ ਰੱਖਿਆ ਗਿਆ ਅਤੇ ਇਹ ਪ੍ਰਸ਼ਾਦੇ ਨੂੰ ਜਿਹੜਾ ਹੈ ਉਹ ਬੜੇ ਪਿਆਰ ਦੇ ਨਾਲ ਖਾਣ ਲੱਗਾ ਹੈ। ਅਤੇ ਖਾਣ ਤੋਂ ਪਹਿਲਾਂ ਕੀ ਕਰਦਾ ਜੀ, ਲੱਗਾ ਪੜ੍ਹਨ ਸ਼ਲੋਕ। ਆਪਣੇ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਇਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਅਤੇ ਸ਼ਲੋਕ ਪੜ੍ਹਦਾ ਹੈ। ਅੱਗੇ ਸਤਿਗੁਰੂ ਕਹਿਣ ਲੱਗੇ ਭਲਿਆ ਕੋਹਥੀ ਜਾਏ ਸੱਟਿਆ ਕਿਸ ਇਹ ਲੱਗਾ ਦੋਖ। ਕੋਹਥੀ ਦਾ ਅਰਥ ਕਰਾਂਗੇ ਭੈੜੀ ਥਾਂ। ਕਹਿੰਦੇ ਇਹ ਪ੍ਰਸ਼ਾਦਾ ਜਿਹੜਾ ਬੜਾ ਪਵਿੱਤਰ ਸੀ, ਤੂੰ ਆਪ ਨਹਾ ਕੇ ਆਇਆ, ਪ੍ਰਸ਼ਾਦਾ ਜਿਹਨੇ ਪਕਾਇਆ ਉਹਨਾਂ ਨੂੰ ਵੀ ਨਵਾਇਆ, ਪਰਿਵਾਰ ਵੀ ਸਾਰਾ ਨਹਾਤਾ ਧੋਤਾ, ਫਿਰ ਚੌਂਕਾ ਵੀ ਸੁੱਚਾ ਕੀਤਾ, ਸਾਫ਼ ਕੀਤਾ। ਸਤਿਗੁਰੂ ਕਹਿੰਦੇ ਜਿਹੜਾ ਪਕਵਾਨ ਸੁੱਚਾ ਸੀ, ਜਿਹੜਾ ਪਕਵਾਨ ਸਾਫ਼ ਸੁਥਰਾ ਸੀ, ਇਹਨੂੰ ਜਿਸ ਵੇਲੇ ਤੂੰ ਖਾਧਾ ਤਾਂ ਇਹ ਜਾ ਕੇ ਉਸ ਥਾਂ 'ਤੇ ਡਿੱਗ ਪਿਆ ਜਿੱਥੇ ਜਿਹੜੀ ਥਾਂ ਨੂੰ ਗੰਦੀ ਮੰਨਿਆ ਗਿਆ। ਭਾਵ ਉਹ ਪੇਟ ਦੇ ਵਿੱਚ ਗੰਦਗੀ ਵਾਲੇ ਥਾਂ 'ਤੇ ਚਲਾ ਗਿਆ, ਜਿੱਥੋਂ ਜਿਹੜੀ ਹੈ ਬਾਅਦ ਦੇ ਵਿੱਚ ਮਲ ਦੇ ਵਿੱਚ ਇਹਨੇ ਤਬਦੀਲ ਹੋ ਜਾਣਾ। ਕੋਹਥੀ ਜਾਏ ਸੱਟਿਆ ਕਿਸ ਇਹ ਲੱਗਾ ਦੋਖ। ਸਤਿਗੁਰੂ ਕਹਿੰਦੇ ਇਹਦਾ ਦੋਸ਼ ਕਿਹਨੂੰ ਦਿਓਗੇ? ਹੁਣ ਪ੍ਰਸ਼ਾਦਾ ਬੜਾ ਪਵਿੱਤਰ ਸੀ। ਚਲੋ ਅਗਲੀ ਪੰਕਤੀ ਪੜ੍ਹ ਲਈਏ। ਕਹਿਣ ਲੱਗੇ ਅੰਨ ਦੇਵਤਾ। ਕਹਿੰਦੇ ਇਹ ਪ੍ਰਸ਼ਾਦਾ ਤਿਆਰ ਕਿੱਦਾਂ ਹੋਇਆ? ਇਹ ਦੇਵ ਦਾ ਅਰਥ ਕਰਾਂਗੇ ਪਵਿੱਤਰ। ਕਹਿੰਦੇ ਇਹ ਪੰਜ ਚੀਜ਼ਾਂ ਜਿਹੜੀਆਂ ਨੇ ਸਾਫ਼ ਸੁਥਰੀਆਂ ਪਵਿੱਤਰ ਪਈਆਂ ਨੇ। ਸਭ ਤੋਂ ਪਹਿਲਾਂ ਅੰਨ ਪਿਆ ਹੈ, ਅੰਨ ਦੇਵਤਾ, ਪਾਣੀ ਦੇਵਤਾ। ਹੁਣ ਅੰਨ ਨੂੰ ਪਕਾਉਣਾ ਹੈ, ਭਾਵੇਂ ਤੁਸੀਂ ਦਾਲ ਸਬਜ਼ੀ ਰਿੰਨ੍ਹਦੇ, ਭਾਵੇਂ ਆਟਾ ਗੁੰਨਦੇ, ਪਾਣੀ ਦੀ ਲੋੜ ਹੈ। ਪਹਿਲਾਂ ਅੰਨ ਆਵੇਗਾ, ਅੰਨ ਦੇ ਵਿੱਚ ਪਾਣੀ ਪਾਇਆ ਜਾਂਦਾ ਹੈ। ਅੰਨ ਦੇਵਤਾ, ਪਾਣੀ ਦੇਵਤਾ। ਅੱਗੇ ਸ਼ਬਦ ਹੈ ਬੈਸੰਤਰ ਦੇਵਤਾ, ਲੂਣ ਦੇਵਤਾ। ਦੋਵੇਂ ਪਾਸੇ ਲੂਣ ਤੇ ਬੈਸੰਤਰ ਵੱਲ ਲੱਗੇਗਾ। ਕਹਿੰਦੇ ਫਿਰ ਅੱਗ ਬਾਲੀ ਗਈ, ਜਿਸ ਵੇਲੇ ਅੱਗ ਬਾਲੀ ਗਈ ਤੇ ਸਬਜ਼ੀ ਭਾਜੀ ਰਿੰਨੀ ਗਈ, ਉਹਦੇ ਵਿੱਚ ਫਿਰ ਲੂਣ ਪਾਇਆ। ਇਹ ਲੂਣ ਨੂੰ ਸਭ ਰਸ ਕਰਕੇ ਮੰਨਿਆ, ਸਾਰੇ ਰਸਾਂ ਦਾ ਸਰਮੌਰ ਲੂਣ ਹੈ। ਅੱਗੇ ਸ਼ਬਦ ਹੈ ਪੰਜਵਾਂ ਪਾਇਆ ਕਿਰਤ। ਕਿਰਤ ਦਾ ਅਰਥ ਕਰਾਂਗੇ ਦੇਸੀ ਘਿਓ। ਗੁਰਮੁਖੀ ਬੋਲਿਆਂ ਦੇ ਵਿੱਚ ਅੱਜ ਵੀ ਘਿਓ ਨੂੰ ਪੰਜਵਾਂ ਕਿਹਾ ਜਾਂਦਾ ਹੈ, ਕਿਉਂਕਿ ਸਤਿਗੁਰਾਂ ਨੇ ਇੱਥੇ ਪੰਜਵੇਂ ਨੰਬਰ 'ਤੇ ਪੰਜਵਾਂ ਨੰਬਰ ਦਿੱਤਾ ਕਿ ਇਹ ਪੰਜਵੇਂ ਨੰਬਰ 'ਤੇ ਘਿਓ ਪਾਇਆ ਗਿਆ। ਅਤੇ ਅੱਜ ਵੀ ਜਦੋਂ ਤੁਸੀਂ ਨਿਹੰਗ ਸਿੰਘਾਂ ਦੇ ਬੋਲੇ ਪੜ੍ਹਦੇ ਜੇ ਨਾ, ਜਿਵੇਂ ਉਹ ਦੁੱਧ ਨੂੰ ਸਮੁੰਦਰ ਕਹਿੰਦੇ ਨੇ, ਅਤੇ ਕਈ ਵਾਰੀ ਖਾਲਸਾਈ ਬੋਲਿਆਂ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿਤੇ ਨਿਹੰਗ ਸਿੰਘਾਂ ਦੇ ਕੋਲ ਚਲੇ ਜਾਓ, ਉਹ ਆਖਣਗੇ ਜੀ ਸਮੁੰਦਰ ਛਕੋਗੇ। ਜੇ ਕਿਸੇ ਨੂੰ ਪਤਾ ਹੋਵੇ ਸਮੁੰਦਰ ਦਾ, ਕਹਿੰਦੇ ਲੈ ਆਓ। ਉਹ ਅਗਲਾ ਸਵਾਲ ਕਰਦੇ ਨੇ ਵਿਹੜੇ 'ਚ ਛਕੋਗੇ, ਚੁਬਾਰੇ 'ਚ ਛਕੋਗੇ? ਵਿਹੜੇ ਦਾ ਅਰਥ ਹੈ ਬਾਟਾ, ਚੁਬਾਰੇ ਦਾ ਅਰਥ ਹੈ ਗਲਾਸ। ਇਹ ਖਾਲਸਾ ਹੀ ਬੋਲੇ ਨੇ, ਕਾਹਦੇ 'ਚ ਛਕੋਗੇ? ਸੋ ਇਸ ਕਰਕੇ ਕਈ ਵਾਰੀ ਲੰਗਰਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਪੰਜਵਾਂ ਪਵਾ ਲਓ ਪੰਜਵਾਂ। ਹੁਣ ਬੰਦੇ ਜਿਹਨੂੰ ਪਤਾ ਹੀ ਨਹੀਂ ਪੰਜਵਾਂ ਕਹਿੰਦੇ ਕਿ ਉਹ ਸੋਚੀ ਪੈ ਜਾਂਦਾ ਪੰਜਵਾਂ ਹੀ ਪਤਾ ਨਹੀਂ ਕੀ ਬੁਲਾ ਗਈ। ਪੰਜਵਾਂ ਗੁਰਮਤੀ ਬੋਲਿਆਂ ਦੇ ਵਿੱਚ, ਖਾਲਸਾਈ ਬੋਲਿਆਂ ਦੇ ਵਿੱਚ ਘਿਓ ਨੂੰ ਕਿਹਾ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ। ਪਾਕ ਦਾ ਅਰਥ ਹੁੰਦਾ ਪਵਿੱਤਰ। ਪਾਕ ਪਵਿੱਤਰ ਕਹਿੰਦੇ ਇਹ ਪੰਜ ਚੀਜ਼ਾਂ ਦੇ ਸੁਮੇਲ ਦੇ ਨਾਲ ਬੜਾ ਹੀ ਪਾਕ ਪਵਿੱਤਰ, ਬੜਾ ਸਾਫ਼ ਸੁਥਰਾ ਭੋਜਨ ਤਿਆਰ ਹੋਇਆ। ਪਰ ਹੋਇਆ ਕਿ ਇਹਨੂੰ ਮੈਂ ਫਿਰ ਪੜ੍ਹ ਦਈਏ। ਕਹਿਣ ਲੱਗੇ ਪਾਪੀ ਸਿਉ ਤਨ ਗੱਡਿਆ। ਕਹਿਣ ਲੱਗੇ ਇਹ ਪਾਪੀ ਜਿਹੜਾ ਮਨੁੱਖ ਜਿਹੜਾ ਆਪਣੇ ਆਪ ਨੂੰ ਸੁੱਚਾ ਕਹਿੰਦਾ ਹੈ, ਸਿਉ ਦਾ ਅਰਥ ਕਰਾਂਗੇ ਨਾਲ, ਤਨ ਦਾ ਅਰਥ ਕਰਾਂਗੇ ਇਹ ਜਿਹੜੇ ਪੰਜ ਦੇਵਤੇ ਨੇ, ਜਿਹੜੇ ਪਕਵਾਨ ਨੇ। ਗੱਡਿਆ ਦਾ ਅਰਥ ਹੈ ਰਲਾ ਦਿੱਤਾ। ਕਹਿੰਦੇ ਇਸ ਪਾਪੀ ਮਨੁੱਖ ਦੀ ਸੰਗਤ ਇਹਨਾਂ ਪੰਜ ਪਵਿੱਤਰ ਜਿਹੜੇ ਦੇਵਤਿਆਂ ਨੇ ਕੀਤੀ। ਜਿਸ ਵੇਲੇ ਸੰਗਤ ਇਹਨਾਂ ਦੀ ਕੀਤੀ, ਪੰਜਾਂ ਨੇ, ਭਾਵ ਭੋਜਨ ਨੇ, ਪਾਣੀ ਨੇ, ਅੱਗ ਨੇ, ਲੂਣ ਨੇ, ਘਿਓ ਨੇ, ਕਹਿਣ ਲੱਗੇ ਇਹ ਵੀ ਉਹਦੇ ਨਾਲ ਰਲ ਕੇ ਐਡਾ ਕੁ ਮਨੁੱਖ ਦਾ ਅੰਦਰ ਜਿਹੜਾ ਮਾੜਾ ਮਲੀਨਤਾ ਦੇ ਨਾਲ ਭਰੇ, ਉਹ ਵੀ ਗੰਦਗੀ ਦਾ ਰੂਪ ਧਾਰਨ ਕਰ ਗਏ। ਦੇਖੋ ਭੋਜਨ ਕੱਚਾ ਪਿਆ ਰਵੇ, ਕਦੀ ਗੰਦਗੀ ਦੇ ਢੇਰ 'ਤੇ ਨਹੀਂ ਜਾਂਦਾ। ਜਦੋਂ ਅਸੀਂ ਭੋਜਨ ਛਕਦੇ ਹਾਂ, ਪਰਮਾਤਮਾ ਨੇ ਸਿਸਟਮ ਸਾਡੇ ਅੰਦਰ ਬਣਾਇਆ ਹੈ। ਉਹ ਖੂਨ, ਉਹਦੇ ਵਿੱਚੋਂ ਖੂਨ ਬਣਦਾ ਹੈ, ਮਿੱਝ ਨਿਕਲਦੀ ਹੈ, ਤਾਕਤ ਬਣਦੀ ਹੈ, ਹਰ ਤਰ੍ਹਾਂ ਦੇ ਜੋ ਵੀ ਇਹ ਸਰੀਰ ਨੂੰ ਲੋੜ ਹੈ, ਉਹ ਤਾਕਤਾਂ ਭੋਜਨ ਦੇ ਵਿੱਚੋਂ ਲੈ ਕੇ ਜਿਹੜਾ ਬਚ ਜਾਂਦਾ ਹੈ ਫਾਲਤੂ, ਉਹਨੂੰ ਮਲ ਰੂਪ ਦੇ ਵਿੱਚ ਜਿਹੜਾ ਮਨੁੱਖ ਜਿਹੜਾ ਉਹ ਬਾਹਰ ਕੱਢ ਦਿੰਦਾ ਸਰੀਰ ਤੋਂ। ਹੁਣ ਸਤਿਗੁਰੂ ਕਹਿਣ ਲੱਗੇ ਕਿ ਇਹ ਜਿਹੜਾ ਭੋਜਨ ਤੇ ਬੜਾ ਪਵਿੱਤਰ ਸੀ, ਬੜਾ ਚੰਗਾ ਸੀ, ਸਾਫ਼ ਸੁਥਰਾ ਸੀ, ਪਰ ਇਹਨੂੰ ਪਾਪੀ ਮਨੁੱਖ ਦੇ ਸਰੀਰ ਦੀ ਸੰਗਤ ਹੋ ਗਈ। ਜਿਸ ਵੇਲੇ ਇਸ ਮਨੁੱਖਾ ਸਰੀਰ ਦੀ ਸੰਗਤ ਹੋਈ, ਸਤਿਗੁਰੂ ਕਹਿਣ ਲੱਗੇ ਪਾਪੀ ਸਿਉ ਤਨ ਗੱਡਿਆ। ਇਹਨੇ ਜਿਸ ਵੇਲੇ ਅਗਲੇ ਦਿਨ ਜਾ ਕੇ ਮਲ ਖਾਰਜ ਕੀਤਾ,
ਕਹਿਣ ਲੱਗੇ ਉਹ ਜਿਹੜੇ ਅੰਦਰ ਪਕਵਾਨ ਚੰਗੇ ਗਏ ਸਨ ਮਲ ਖਾਰਜ ਦੇ ਰੂਪ ਦੇ ਵਿੱਚ ਜਿਸ ਵੇਲੇ ਬਾਹਰ ਆਏ, ਹੁਣ ਥੁੱਕਾਂ ਪਈਆਂ ਤਿੱਤ ਲੋਕ ਉਹਦੇ ਵੱਲ ਵੇਖ ਕੇ ਥੁੱਕਦੇ ਪਏ ਨੇ, ਭਾਵ ਇਹ ਵਿਸ਼ਟਾ ਦਾ ਰੂਪ ਧਾਰਨ ਕਰ ਗਿਆ। ਇਹ ਸਤਿਗੁਰਾਂ ਨੇ ਉਦਾਹਰਨ ਦਿੱਤੀ ਹੈ, ਇਹਦੇ ਅੱਖਰੀ ਅਰਥ ਕਰ ਦਿੱਤੇ। ਮੈਂ ਥੋੜ੍ਹਾ ਜਿਹਾ ਸਮਝਾ ਦੇਵਾਂ। ਇੱਕ ਗੱਲ ਗੁਰਮੁਖੋ ਯਾਦ ਰੱਖਿਓ, ਗੁਰਮਤ ਦੇ ਵਿੱਚ ਸੁੱਚਮਤਾ ਦਾ ਨਹੀਂ, ਗੁਰਮਤ ਦੇ ਵਿੱਚ ਜਿਹੜਾ ਸਾਫ ਸਫਾਈ ਦਾ ਕਨਸੈਪਟ ਹੈ, ਇਹ ਮੈਂ ਬੜੀ ਵਾਰੀ ਅਰਜ਼ ਕੀਤੀ ਹੈ। ਘਰ ਦੇ ਵਿੱਚ ਸਵਾਣੀ ਨੇ ਇਸ਼ਨਾਨ ਕਰਨਾ, ਇਹ ਬਿਲਕੁਲ ਚੰਗੀ ਗੱਲ ਹੈ। ਜੇ ਬੀਬੀ ਸਵੇਰੇ ਇਸ਼ਨਾਨ ਪਾਣ ਕਰਕੇ ਪ੍ਰਸ਼ਾਦਾ ਤਿਆਰ ਕਰੇ ਤੇ ਉਹਦੇ ਨਾਲ ਦੀ ਰੀਸ ਕੋਈ ਨਹੀਂ। ਹੁਣ ਜੇ ਤੁਸੀਂ ਕਿਸੇ ਉਦੋਂ ਚਲੋ ਬ੍ਰਾਹਮਣ ਸੀ, ਅੱਜ ਬਾਬਾ ਜੀ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਇੱਕ ਗੱਲ ਯਾਦ ਰੱਖਿਓ, ਇਹ ਜਿਹੜੇ ਧਾਰਮਿਕ ਲੋਕ ਨੇ ਨਾ, ਜੇ ਗੁਰੂ ਸਾਹਿਬ ਇਹਨਾਂ ਨੂੰ ਤਾਂ ਸਮਝਾਉਂਦੇ ਨੇ, ਜੇ ਇਹ ਸਮਝ ਜਾਣਾ ਆਮ ਸੰਗਤ ਦਾ ਸਮਝਣਾ ਸੌਖਾ ਹੋ ਜਾਂਦਾ ਹੈ। ਹੁਣ ਇਹ ਬ੍ਰਾਹਮਣ ਕੀ ਕਰਦਾ, ਇਹ ਦਿਖਾਵੇ ਦੇ ਵਾਸਤੇ ਇਹ ਆਪ ਵੀ ਸਾਫ ਸੁਥਰਾ ਹੋ ਕੇ ਰਹਿੰਦਾ ਹੈ, ਕੱਪੜੇ ਸਾਫ ਪਾ ਕੇ, ਤੇ ਜਿਹਦੇ ਘਰ ਗਿਆ ਉਹਦੇ ਘਰ 'ਚ ਵੀ ਕਹਿੰਦਾ ਕਿ ਮੈਂ ਸੁੱਚੀ ਰੋਟੀ ਖਾਣੀ ਹੈ। ਜੇ ਕਿਸੇ ਦਾ ਪਰਛਾਵਾਂ ਪੈ ਗਿਆ ਉਹਨੂੰ ਨਹੀਂ ਖਾਂਦਾ। ਪਰ ਗੁਰੂ ਨਾਨਕ ਦੇ ਘਰ ਦਾ ਇਦਾਂ ਦਾ ਸਿਧਾਂਤ ਨਹੀਂ। ਮੈਂ 2-4 ਉਦਾਹਰਨਾਂ ਦੇਣੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਲਾਲੋ ਦੇ ਘਰ 'ਚ ਜਾਂਦੇ ਨੇ, ਕੇਵਲ ਤੇ ਕੇਵਲ ਟਿਊਕ ਮਾਤਰ। ਸਤਿਗੁਰੂ ਜੀ ਇਹ ਭੋਜਨ ਛਕਣ ਦੀ ਇੱਛਾ ਜ਼ਾਹਰ ਕਰਦੇ ਨੇ, ਕਹਿਣ ਲੱਗੇ ਲਾਲੋ ਕੁਝ ਛਕਾਓ। ਤੇ ਭਾਈ ਲਾਲੋ ਕਹਿੰਦਾ ਦਾਤਾ ਜੀ ਮੈਂ ਇਦਾਂ ਕਰਾਂ, ਬਾਹਰੋਂ ਕਿਸੇ ਬ੍ਰਾਹਮਣੀ ਨੂੰ ਸੱਦ ਕੇ ਲਿਆਉਣਾ ਹਾਂ। ਸਤਿਗੁਰੂ ਕਹਿਣ ਲੱਗੇ ਕੀ ਗੱਲ ਹੋ ਗਈ? ਕਹਿਣ ਲੱਗੇ ਪਾਤਸ਼ਾਹ ਮੈਂ ਮਨੂ ਸਿਮਰਤੀ ਦੇ ਮੁਤਾਬਕ ਨੀਵੀਂ ਜਾਤ ਵਾਲਾ, ਮੇਰੀ ਪਤਨੀ ਵੀ ਨੀਵੀਂ ਜਾਤ ਵਾਲੀ, ਇਹ ਵੀ ਸ਼ੂਦਰ ਹੈ। ਤੁਸੀਂ ਖੱਤਰੀਆਂ ਦੇ ਪੁੱਤਰ ਜੇ, ਬੇਦੀ ਕੁਲ ਦੇ, ਇੱਕ ਧਾਰਮਿਕ ਰਹਿਬਰ ਜੇ, ਤੁਹਾਡੇ ਵਾਸਤੇ ਪ੍ਰਸ਼ਾਦਾ ਪਕਵਾਉਣ ਵਾਸਤੇ ਹੁਣ ਤਗੜੀ ਕੁਲ ਦੀ ਬੀਬੀ ਬ੍ਰਾਹਮਣੀ ਆਵੇਗੀ ਫੇਰ ਹੀ ਪ੍ਰਸ਼ਾਦਾ ਤਿਆਰ ਹੋਏਗਾ। ਸਤਿਗੁਰੂ ਕਹਿਣ ਲੱਗੇ ਨਹੀਂ ਲਾਲੋ, ਇੱਕ ਗੱਲ ਯਾਦ ਰੱਖੀ, ਜਿਹੜਾ ਹੱਥ ਸੱਚੀ ਸੁੱਚੀ ਕਿਰਤ ਕਰਦੇ ਨੇ ਉਹਨਾਂ ਹੱਥਾਂ ਨਾਲ ਦੀ ਰੀਸ ਕੋਈ ਨਹੀਂ, ਤੇਰੀ ਪਤਨੀ ਹੀ ਪ੍ਰਸ਼ਾਦਾ ਤਿਆਰ ਕਰੇਗੀ। ਸਤਿਗੁਰਾਂ ਉੱਥੇ ਬਿਲਕੁਲ ਮਨਾ ਕਰ ਦਿੱਤਾ। ਕਹਿਣ ਲੱਗੇ ਸਾਡੇ ਘਰ ਦੇ ਵਿੱਚ ਸ਼ੂਦਰ ਉਹ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਜਾਂਦਾ ਹੈ। ਕਹਿੰਦੇ ਤੇਰੀ ਪਤਨੀ ਇਹ ਬੀਬੀ ਹੀ ਪ੍ਰਸ਼ਾਦਾ ਤਿਆਰ ਕਰੇਗੀ। ਅਗਲੀ ਗੱਲ ਇਹਦੀ ਘਰ ਵਾਲੀ ਭਾਈ ਲਾਲੋ ਦੀ ਇਹ ਗੋਹਾ ਲੈਣ ਚਲ ਗਈ। ਸਤਿਗੁਰੂ ਕਹਿਣ ਲੱਗੇ ਕੀ ਕਰ ਲੱਗੇ? ਕਹਿਣ ਲੱਗੇ ਚਲੋ ਬ੍ਰਾਹਮਣੀ ਦੇ ਕੋਲੋਂ ਹੱਥਾਂ ਦਾ ਪ੍ਰਸ਼ਾਦਾ ਨਹੀਂ ਛਕਣਾ ਤੇ ਪੋਚਾ ਫੇਰ ਕੇ ਚੌਂਕਾ ਸੁੱਚਾ ਕਰ ਲਈਏ। ਸਤਿਗੁਰੂ ਕਹਿੰਦੇ ਕਿਹਨੂੰ ਸਾਫ਼ ਕਰੇਗਾ? ਇਹ ਸਾਰਾ ਬ੍ਰਹਿਮੰਡ ਹੀ, ਇਹ ਸਾਰੀ ਧਰਤੀ ਹੀ ਨਾਨਕ ਦਾ ਚੌਂਕਾ ਹੈ। ਯਾਦ ਰੱਖੀ, ਜਿਵੇਂ ਦਾ ਤੇਰੇ ਘਰ 'ਚ ਤੇਰੀ ਪਤਨੀ ਪ੍ਰਸ਼ਾਦਾ ਤਿਆਰ ਕਰਦੀ, ਉੱਦਾਂ ਦਾ ਪ੍ਰਸ਼ਾਦਾ ਤਿਆਰ ਕਰਕੇ ਮੈਨੂੰ ਲਿਆ ਕੇ ਛਕਾ ਦੇ। ਤੇ ਇਤਿਹਾਸ ਲਿਖਦਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਉਸ ਦਿਨ ਅਲੂਣਾ ਸਾਗ ਬਣਿਆ ਸੀ। ਮਾਤੜ ਬੰਦਾ ਸੀ, ਨਾ ਤੇ ਉਹਦੇ ਵਿੱਚ ਕੋਈ ਮਸਾਲੇ ਪਾਏ ਗਏ, ਨਾ ਤੜਕਾ ਬਹੁਤਾ ਸਾਗ ਨੂੰ ਲੱਗਾ, ਨਾ ਲੂਣ ਨਾ ਮਿਰਚ, ਅਲੂਣਾ ਜਿਹਾ ਸਾਗ ਹੈ। ਤੇ ਕੋਦਰੇ ਦੀ ਰੋਟੀ ਹੈ, ਕੋਦਰਾ ਮੋਟਾ ਹੁੰਦਾ, ਮੋਟੀ ਰੋਟੀ ਹੈ। ਮੇਰੇ ਸਤਿਗੁਰਾਂ ਨੇ ਉਸ ਪ੍ਰਸ਼ਾਦੇ ਦੇ ਵਿੱਚੋਂ ਵੀ ਦੁੱਧ ਦਾ ਆਨੰਦ ਮਾਣਿਆ, ਉਹਦੇ ਵਿੱਚੋਂ ਵੀ ਅੰਮ੍ਰਿਤ ਵਰਗੇ ਘੁੱਟ ਹੁੰਦੇ ਨੇ। ਇੱਕ ਗੱਲ ਯਾਦ ਰੱਖਿਓ, ਜਿਹੜੀ ਸੱਚੀ ਸੁੱਚੀ ਕਿਰਤ ਦੇ ਨਾਲ, 10 ਨੌਂ ਦੀ ਕਿਰਤ ਦੇ ਨਾਲ ਪ੍ਰਸ਼ਾਦਾ ਤਿਆਰ ਹੁੰਦਾ ਹੈ ਨਾ, ਉਹਦੇ ਨਾਲ ਦੀ ਰੀਸ ਨਹੀਂ। ਤੇ ਪਿਛਲੇ ਦਿਨਾਂ 'ਚ ਆਪਾਂ ਸਾਂਝਾ ਕੀਤਾ ਸੀ, ਜਿਹੜਾ ਮਨੁੱਖ ਇੱਕ ਕਿਸੇ ਦਾ ਹੱਕ ਮਾਰ ਕੇ ਪੈਸਾ ਲੈ ਕੇ ਆਉਂਦਾ ਹੈ, ਤੇ ਮੈਂ ਉਸ ਦਿਨ ਵੀ ਕਿਹਾ ਸੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮਰਦਾਰ ਨਾ ਖਾਏ। ਯਾਦ ਰੱਖਿਓ, ਜਿਹੜਾ ਪਰਾਇਆ ਹੱਕ ਹੈ ਉਹਨੂੰ ਗੁਰੂ ਪ੍ਰਵਾਨ ਨਹੀਂ ਕਰਦਾ। ਅੱਜ ਕੀ ਕੀਤਾ ਜਾਂਦਾ ਹੈ? ਉਸ ਵੇਲੇ ਮਲਕ ਭਾਗੋ ਨੇ ਲੰਗਰ ਲਾਇਆ, ਬ੍ਰਹਮ ਭੋਜ ਕੀਤਾ, ਉਹਨੇ ਸਾਰਿਆਂ ਨੂੰ ਸੱਦਿਆ। ਕਹਿਣ ਲੱਗਾ ਮੈਂ ਬ੍ਰਹਮ ਭੋਜ ਕਰਨਾ, ਤੁਸੀਂ ਬ੍ਰਹਮ ਭੋਜ 'ਤੇ ਆਓ। ਯਾਦ ਰੱਖਿਓ, ਉਹ ਗੁਰੂ ਨਾਨਕ ਸਾਹਿਬ ਨਹੀਂ ਜਾਂਦੇ, ਕਿਉਂਕਿ ਉਹ ਹੱਕ ਦੀ ਨਹੀਂ, ਖੂਨ ਪਸੀਨੇ ਦੀ ਨਹੀਂ, ਉਹ ਹਰਾਮ ਦੀ ਕਮਾਈ ਹੈ। ਲੋਕਾਂ ਨੂੰ ਮਾਰ ਕੇ, ਲੋਕਾਂ ਦੇ ਨਾਲ ਠੱਗੀਆਂ ਧੋਖਾ ਧੜੀ ਦੇ ਨਾਲ ਇਕੱਠੀ ਕੀਤੀ ਆ। ਅੱਜ ਜਿੰਨੇ ਵੀ ਲੰਗਰ ਲਾਏ ਜਾਂਦੇ ਨੇ ਵੱਡੇ ਵੱਡੇ ਘਰਾਂ ਦੇ ਵੱਲੋਂ, ਮੈਨੂੰ ਮਾफ़ ਕਰਨਾ, ਕਦੀ ਇਹ ਨਹੀਂ ਪੁੱਛਿਆ ਜਾਂਦਾ ਤੇਰੀ ਕਮਾਈ ਕਿੱਥੋਂ ਆਈ ਹੈ। ਗੁਰੂ ਨਾਨਕ ਸਾਹਿਬ ਜਿੱਥੇ ਵੀ ਪ੍ਰਸ਼ਾਦਾ ਛਕਣ ਜਾਂਦੇ ਸਨ, ਉੱਥੋਂ ਇਹ ਗੱਲ ਪੁੱਛਦੇ ਹੁੰਦੇ ਸਨ ਕਿ ਭਲਿਆ ਦੱਸ ਤੇਰੀ ਕਿਰਤ ਕੀ ਹੈ, ਤੇਰੀ ਕਿਰਤ ਦਾ ਮਕਸਦ ਕੀ ਹੈ, ਤੇਰਾ ਪੈਸਾ ਕਿੱਥੋਂ ਆਉਂਦਾ, ਇਹ ਕਮਾਈ ਹੱਕ ਦੀ ਆ ਰਹੀ ਹੈ ਜਾਂ ਹਰਾਮ ਦੀ ਆ ਰਹੀ ਹੈ। ਅੱਜ ਨਹੀਂ ਪੁੱਛਿਆ ਜਾਂਦਾ। ਕਿਉਂ? ਕਿਉਂਕਿ ਅੱਜ ਕੇਵਲ ਤੇ ਕੇਵਲ ਆਪਣੇ ਖਾਣ ਦੇ ਨਾਲ ਸੀਮਤ ਹੈ। ਅੱਜ ਖਾਣ ਵਾਲੇ ਵੀ ਜਿਹੜੇ ਨੇ ਨਾ, ਉਹ ਫਰਮਾਇਸ਼ਾਂ ਰੱਖ ਦਿੰਦੇ ਨੇ, ਜੀ ਆਹ ਵੀ ਬਣਾ ਲਿਓ, ਮਹਾਂਪੁਰਖ ਸਾਡੇ ਇਹ ਵੀ ਛਕਦੇ ਨੇ। ਪਰ ਯਾਦ ਰੱਖਿਓ, ਪਹਿਲੀ ਗੱਲ ਗੁਰੂ ਸਾਹਿਬ ਜਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਇਹ ਸਿਧਾਂਤ ਦਿੱਤਾ ਕਿ ਪ੍ਰਸ਼ਾਦਾ ਜਿਹੜਾ ਮਰਜ਼ੀ ਪਕਾਵੇ, ਇੱਥੇ ਜਾਤ ਪਾਤ ਦਾ ਗੱਲ ਕੰਮ ਨਹੀਂ, ਇੱਥੇ ਸੱਚੀ ਸੁੱਚੀ ਕਿਰਤ ਹੋਣੀ ਚਾਹੀਦੀ ਹੈ। ਅਗਲੀ ਬੇਨਤੀ ਕਰਾਂ, ਚੌਂਕਾ ਸਾਫ਼ ਹੋਣਾ ਚਾਹੀਦਾ ਹੈ। ਸੁੱਚੇ ਦਾ ਕਨਸੈਪਟ ਨਹੀਂ ਇੱਥੇ। ਇਹ ਨਾ ਹੋਵੇ ਉੱਥੇ ਕੀੜੇ ਕਾਡੇ ਤੁਰੇ ਫਿਰਦੇ ਹੋਣ।
ਇਹ ਨਾ ਹੋਵੇ ਉੱਥੇ ਗੰਦਗੀ ਪਈ ਹੋਵੇ। ਗੰਦਗੀ ਥਾਂ ਤੇ ਪ੍ਰਸ਼ਾਦਾ ਤਿਆਰ ਕਰਨ ਨੂੰ ਕਿਹਦਾ ਜੀ ਕਰਦਾ ਹੈ। ਅੱਜ ਵੀ ਸਾਡੇ ਕੋਲ ਚਲੋ ਪੱਕੀਆਂ ਰਸੋਈਆਂ ਨੇ, ਬੀਬੀਆਂ ਸਲੈਬ ਨੂੰ ਸਾਫ਼ ਕਰਦੀਆਂ ਨੇ, ਇਹ ਗੈਸ ਨੂੰ, ਹਰ ਤਰ੍ਹਾਂ ਦੀ ਭਾਂਡੇ ਨੂੰ, ਹਰ ਚੀਜ਼ ਨੂੰ ਸਾਫ਼ ਕਰਕੇ ਰੱਖਿਆ ਜਾਂਦਾ। ਸਾਫ਼ ਥਾਂ ਦੇ ਉੱਤੇ ਪਕਾਇਆ ਹੋਇਆ ਭੋਜਨ, ਮੱਖੀ ਨਹੀਂ ਆਉਂਦੀ, ਬਿਮਾਰੀ ਨਹੀਂ ਬਣਦੀ। ਗੱਲ ਤੇ ਇੰਨੀ ਕੁ ਸੀ, ਉਦੋਂ ਕੱਚੇ ਥਾਂ ਸਨ, ਸਾਫ਼ ਤਾਂ ਕੀਤਾ ਜਾਂਦਾ ਸੀ ਕਿ ਆ ਮੱਖੀਆਂ ਨਾ, ਇਹੋ ਜਿਹੀਆਂ ਕੋਈ ਮਾੜੀਆਂ ਚੀਜ਼ਾਂ ਨਾ ਆਉਣ ਜਿਨ੍ਹਾਂ ਦੇ ਨਾਲ ਬਿਮਾਰੀ ਨਾ ਫੈਲੇ। ਪਰ ਇਹਨੂੰ ਸੁਚਮਤਾ ਵਾਲੇ ਪਾਸੇ ਲੈ ਗਏ। ਸੁਚਮਤਾ ਨਹੀਂ, ਰਸੋਈ ਨੂੰ ਸਾਫ਼ ਰੱਖਣਾ ਹੈ। ਹੁਣ ਅਗਲੀ ਬੇਨਤੀ ਕਰਾਂ, ਜੇ ਘਰ 'ਚ ਮੰਨ ਲਓ ਤੁਸੀਂ ਅੱਜ ਕਿਸੇ ਬਾਬਾ ਜੀ ਨੂੰ ਪ੍ਰਸ਼ਾਦਾ ਛਕਣ ਲਈ ਸੱਦਦੇ ਜੇ ਬੀਬੀ ਨੇ ਸਵੇਰੇ ਇਸ਼ਨਾਨ ਕੀਤਾ ਹੈ ਤੇ ਪ੍ਰਸ਼ਾਦਾ ਪਕਾਉਣ ਦੇ ਲਈ ਦੁਬਾਰਾ ਇਸ਼ਨਾਨ ਦੀ ਲੋੜ ਨਹੀਂ। ਹੱਥ ਆਪਾਂ ਧੋਣੇ ਨੇ, ਉਹ ਤੇ ਹਰ ਕੋਈ ਜਦੋਂ ਬੀਬੀ ਆਟਾ ਗੁੰਨਦੀ ਹੈ, ਪਕਵਾਨ ਤਿਆਰ ਕੀਤਾ ਜਾਂਦਾ ਹੈ, ਤੇ ਹਰੇਕ ਘਰ ਦੇ ਵਿੱਚ ਇੰਨੇ ਕੁ ਸਿਆਣਪ ਜ਼ਰੂਰ ਹੈ ਕਿ ਅਸੀਂ ਹੱਥ ਧੋ ਕੇ ਹੀ ਆਟੇ ਨੂੰ ਹੱਥ ਲਾਉਂਦੇ ਹਾਂ। ਪਤਾ ਕਿ ਉਹਨਾਂ ਹੱਥਾਂ ਦੇ ਨਾਲ ਆਟਾ ਗੁੰਨਣਾ, ਗੰਦੇ ਹੱਥਾਂ ਨਾਲ ਕੌਣ ਗੁੰਨਦਾ। ਇੱਥੇ ਫਿਰ ਮੈਂ ਬਾਰ-ਬਾਰ ਰਿਪੀਟ ਕਰ ਰਿਹਾ, ਸੁਚਮਤਾ ਦਾ ਨਹੀਂ, ਸਫਾਈ ਦਾ ਕਨਸੈਪਟ ਹੈ ਕਿ ਮੈਲ ਵਾਲੇ ਹੱਥਾਂ ਦੇ ਨਾਲ ਪ੍ਰਸ਼ਾਦਾ ਨਾ ਤਿਆਰ ਕੀਤਾ ਜਾਵੇ। ਇਸ ਕਰਕੇ ਜਦੋਂ ਪ੍ਰਸ਼ਾਦਾ ਤਿਆਰ ਕਰਨਾ ਹੈ, ਉਹ ਜੇ ਇੱਕ ਵਾਰੀ ਤੁਸੀਂ ਇਸ਼ਨਾਨ ਕੀਤਾ ਹੈ, ਸਾਡੀਆਂ ਭੈਣਾਂ ਨੇ, ਬੀਬੀਆਂ ਨੇ, ਮਾਤਾਵਾਂ ਨੇ, ਉਹਦਾ ਦੁਬਾਰਾ ਇਸ਼ਨਾਨ ਦਾ ਕਨਸੈਪਟ ਨਹੀਂ। ਉਸ ਤੋਂ ਬਾਅਦ ਜਦੋਂ ਪ੍ਰਸ਼ਾਦਾ ਤਿਆਰ ਕਰ ਲੈਂਦੇ ਜੇ, ਯਾਦ ਰੱਖਿਓ ਘਰ 'ਚ ਬੱਚੇ ਵੀ ਨੇ, ਆਂਢ ਗੁਆਂਢ 'ਚ ਵੀ ਕਿਸੇ ਵੇਲੇ ਪਿੰਡਾਂ 'ਚ ਕੋਈ ਬੀਬੀ ਆ ਜਾਂਦੀ ਹੈ ਪ੍ਰਸ਼ਾਦਾ ਪਕਾਉਂਦੇ ਦੇ ਉੱਤੇ, ਵੀ ਕੌਣ ਆਇਆ ਤੁਹਾਡੇ ਘਰ, ਕਿਹਦੇ ਵਾਸਤੇ ਪ੍ਰਸ਼ਾਦਾ ਤਿਆਰ ਕਰ ਰਹੇ ਜੇ ਕੋਈ ਲਾਗੇ ਆਣ ਕੇ ਖਲੋ ਜਾਂਦਾ, ਪਰਛਾਵਾਂ ਪੈ ਜਾਂਦਾ, ਤਾਂ ਇਹਦਾ ਕੋਈ ਵਹਿਮ ਭਰਮ ਨਹੀਂ ਕਰਨਾ। ਸਭ ਤੋਂ ਜ਼ਰੂਰੀ ਬੇਨਤੀ ਕਰਾਂ ਗੁਰਮੁਖੋ, ਕਦੀ ਵੀ ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਨਾ, ਇਹ ਇੱਦਾਂ ਦਾ ਵਹਿਮ ਨਹੀਂ ਰੱਖਣਾ ਕਿ ਇਹ ਬਾਬਾ ਜੀ ਨੂੰ ਸੁੱਚਾ ਦੇਣਾ ਹੈ, ਸਾਫ਼ ਭੋਜਨ ਦੇਣਾ ਹੈ। ਥਾਲੀ ਭਾਂਡਾ ਜਿਹੜਾ ਉਹ ਸਾਰੇ ਆਪਾਂ ਘਰਾਂ 'ਚ ਸਾਫ਼ ਦੇਣਾ, ਸੁੱਚੇ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ। ਅੱਜ ਇਹ ਇੱਕ ਵਹਿਮ ਕੀਤਾ ਜਾਂਦਾ ਹੈ ਕਿ ਪਤਾ ਨਹੀਂ ਬਾਬਾ ਜੀ ਤੋਂ ਪਹਿਲਾਂ ਕੋਈ ਹੋਰ ਨਾ ਛਕ ਲਵੇ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਨਿਆਣੇ ਵਿਚਾਰੇ ਤਰਸਦੇ ਰਹਿੰਦੇ ਨੇ, ਸਾਨੂੰ ਖਾਣ ਨੂੰ ਮਿਲ ਜੇ, ਸਾਨੂੰ ਮਿਲ ਜੇ, ਤੇ ਘਰ ਦੇ ਟੁੱਟ ਕੇ ਪੈਂਦੇ ਨੇ, ਨਹੀਂ ਬਾਬਾ ਜੀ ਅਜੇ ਆਉਣਗੇ, ਬਾਬਾ ਪਤਾ ਨਹੀਂ ਵਿਚਾਰਾ ਕਦੋਂ ਆਵੇ, ਉਹਨਾਂ 'ਚ ਨੂੰ ਟੱਬਰ ਭੁੱਖਾ ਮਾਰ ਦਿਓ। ਇਸ ਕਰਕੇ ਮੈਂ ਬੇਨਤੀ ਕਰਾਂ, ਜਿਹੜਾ ਪ੍ਰਸ਼ਾਦਾ ਹੈ ਇਹ ਇੱਕ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਸਮਝਾਂਗੇ ਕਿ ਇਹ ਸਿਧਾਂਤ ਜਿਹੜਾ ਉਹ ਸੁਚਮਤਾ ਦਾ ਨਹੀਂ, ਸਫਾਈ ਦਾ ਹੈ। ਸਾਫ਼ ਤਰੀਕੇ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ। ਮੈਂ ਚਲੋ ਵਿਚਲੀ ਗੱਲ ਦੱਸ ਦੇਣਾ, ਸਾਡੇ ਘਰਾਂ 'ਚ ਦੇਖਦੇ ਹਾਂ ਇਹ ਬਾਬੇ ਕੀ ਇਹਨਾਂ ਦੇ ਘਰ 'ਚ ਧੀਆਂ ਪੁੱਤ ਨਹੀਂ, ਇਹਨਾਂ ਘਰ ਬੱਚੇ ਨਹੀਂ। ਜੇ ਤੁਹਾਡੇ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਹੁੰਦਾ ਹੈ, ਆਮ ਬੱਚਿਆਂ ਨੂੰ ਆਦਤ ਹੁੰਦੀ ਹੈ, ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਉਹ ਜਿਹਦੇ ਮਰਜ਼ੀ ਥਾਲੀ ਦੇ ਵਿੱਚੋਂ ਗਰਾਈ ਲਾ ਲੈਂਦੇ ਨੇ, ਕਦੀ ਦਾਦੇ ਵੱਲੋਂ ਬੁਰਕੀ ਲਾ ਲਈ, ਕਦੀ ਦਾਦੀ ਵੱਲੋਂ ਲਾ ਲਈ, ਕਦੀ ਪਿਓ ਦੀ ਥਾਲੀ 'ਚ ਰੋਟੀ ਖਾ ਲਈ, ਕਦੀ ਮਾਂ ਦੀ ਥਾਲੀ 'ਚ ਰੋਟੀ ਖਾ ਲਈ। ਸੋ ਇੱਦਾਂ ਕਦੀ ਕੋਈ ਕਿਤੇ ਪ੍ਰਸ਼ਾਦਾ ਛਕਦਾ ਹੈ, ਕਦੀ ਕਿਤੇ ਜਿਹੜਾ ਇੱਥੇ ਆਪਣੇ ਆਪ ਨੂੰ ਸੁੱਚਾ ਕਹਿੰਦਾ, ਬੱਚੇ ਉਹਦੇ ਵੀ ਘਰ 'ਚ ਨੇ, ਉਹ ਵੀ ਕਦੀ ਨਾ ਕਦੀ ਬੁਰਕੀ ਲਾ ਕੇ ਬੱਚੇ ਲੈ ਜਾਂਦੇ ਨੇ। ਸੋ ਇਸ ਕਰਕੇ ਇੱਦਾਂ ਦਾ ਵਹਿਮ ਭਰਮ ਨਹੀਂ ਕਰਨਾ। ਹਾਂ, ਗੁਰਮਤ ਨੇ ਇੱਕ ਗੱਲ ਕਹੀ ਹੈ ਕਿ ਜਿਹੜਾ ਬੇਅਮਰਤੀਆ ਹੈ ਉਹਦੀ ਝੂਠ ਨਹੀਂ ਖਾਣੀ। ਇਹ ਇੱਥੇ ਫਿਰ ਧਿਆਨ ਦਿਓ, ਜਿਹੜੇ ਅੰਮ੍ਰਿਤਧਾਰੀ ਨੇ ਉਹ ਇੱਕ ਥਾਂ ਤੇ ਪ੍ਰਸ਼ਾਦਾ ਛਕ ਸਕਦੇ ਨੇ, ਪਰ ਇਹਦਾ ਦੂਜਾ ਕਈ ਵਾਰੀ ਅਸੀਂ ਸਿਧਾਂਤ ਲੈ ਜਾਂਦੇ, ਨਹੀਂ ਜੀ ਜਿਹਨੇ ਅੰਮ੍ਰਿਤ ਛਕਿਆ ਉਹਨੇ ਛਕਣਾ ਹੀ ਛਕਣਾ ਹੈ। ਇਹ ਸਾਡੀ ਆਪਣੀ ਮਰਜ਼ੀ ਹੈ। ਜੇ ਤੁਸੀਂ ਦੋ ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਪ੍ਰਸ਼ਾਦਾ ਆਪਸ 'ਚ ਛਕਣਾ ਚਾਹੁੰਦੇ ਤੇ ਛਕ ਲਓ, ਨਹੀਂ ਛਕਣਾ ਚਾਹੁੰਦੇ ਤੇ ਨਾ ਛਕੋ, ਕੋਈ ਬੰਦਿਸ਼ ਨਹੀਂ ਹੈ। ਪਰ ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਜਿਹਨੇ ਅੰਮ੍ਰਿਤ ਛਕਿਆ ਹੋਇਆ ਉਹਨੇ ਬੇਅਮਰਤੀਏ ਦਾ ਜੂਠਾ ਨਹੀਂ ਖਾਣਾ, ਉਹਨੇ ਬੇਅਮਰਤੀਏ ਦੇ ਨਾਲ ਨਹੀਂ ਖਾਣਾ। ਇੱਥੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਕਹਿਣ ਲੱਗੇ ਪੰਡਿਤ ਜੀ ਤੁਸੀਂ ਆਪਣੇ ਆਪ ਨੂੰ ਬੜਾ ਸਾਫ਼ ਮੰਨਦੇ ਜੇ, ਬੜਾ ਪਾਕ ਪਵਿੱਤਰ ਮੰਨਦੇ ਜੇ, ਹੁੰਦਾ ਕੀ ਹੈ? ਕਹਿੰਦੇ ਤੁਸੀਂ ਘਰੋਂ ਨਹਾ ਧੋ ਕੇ ਆਏ, ਸਾਫ਼ ਸੁਥਰੇ ਹੋ ਕੇ ਆਏ, ਤੇ ਆਣ ਕੇ ਸ਼ਲੋਕ ਪੜ੍ਹ ਕੇ ਪਕਵਾਨ ਤਿਆਰ ਕਰਵਾਏ, ਪ੍ਰਸ਼ਾਦਾ ਛਕਣ ਲੱਗਿਆ ਵੀ ਸ਼ਲੋਕ ਪੜ੍ਹੇ, ਪ੍ਰਸ਼ਾਦਾ ਛਕ ਕੇ ਵੀ ਹੱਥ ਧੋ ਕੇ ਜਿਹੜੇ ਸ਼ਲੋਕ ਪੜ੍ਹੇ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਪਰ ਅੱਗੇ ਹੋਇਆ ਕੀ? ਕਹਿੰਦੇ ਜਿਹੜੇ ਤੁਸੀਂ ਪਕਵਾਨ ਛਕੇ ਉਹਨਾਂ ਪਕਵਾਨਾਂ ਦੇ ਨਾਲ ਖੂਨ ਬਣਿਆ, ਮਿੱਝ ਬਣੀ, ਬਾਕੀ ਜਿਹੜੀ ਵਿਸਟਾ ਸੀ ਉਹ ਮਲ ਖਾਰਜ ਹੋ ਕੇ ਜਿਸ ਵੇਲੇ ਜ਼ਮੀਨ ਦੇ ਉੱਤੇ ਆਈ, ਲੋਕਾਂ ਨੇ ਉਹਨਾਂ ਨੂੰ ਤੱਕਿਆ ਤੇ ਉਸ ਮਲ ਖਾਰਜ ਦੇ ਉੱਤੇ, ਉਸ ਵਿਸਟਾ ਦੇ ਉੱਤੇ ਥੁੱਕਾਂ ਪੈਂਦੀਆਂ ਨੇ। ਇਹ ਕੇਵਲ ਤੇ ਕੇਵਲ ਸਤਿਗੁਰਾਂ ਨੇ ਉਦਾਹਰਨ ਦਿੱਤੀ, ਇਹਨੂੰ ਆਪਾਂ ਅੱਗੇ ਸਮਝਾਂਗੇ। ਕਹਿਣਾ ਕੀ ਚਾਹੁੰਦੇ ਨੇ, ਮੈਂ ਸ਼ਲੋਕ ਫੇਰ ਪੜ੍ਹ ਦੇਵਾਂ ਕਿ ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ। ਪਹਿਲਾਂ ਆਪ ਸੁੱਚਾ ਹੋ ਕੇ ਫਿਰ ਉਸ ਘਰ 'ਚ ਆਣ ਕੇ ਸੁੱਚਾ ਬਣ ਕੇ ਬੈਠ ਜਾਂਦਾ ਏ। ਸੁੱਚੇ ਅੱਗੇ ਰੱਖੇ ਹੋਣ, ਕੋਈ ਨਾ ਭੇਟਿਓ ਜਾਏ। ਤੇ ਇਹ ਕਹਿੰਦਾ ਏ ਕਿ ਮੇਰੇ ਅੱਗੇ ਸਾਫ਼ ਸੁਥਰਾ ਭੋਜਨ ਰੱਖੋ, ਤੇ ਲੋਕ ਉਹਦੇ ਸੁੱਚੇ ਦੇ ਅੱਗੇ ਸੁੱਚਾ ਭੋਜਨ ਰੱਖਦੇ ਨੇ। ਜਿਸ ਭੋਜਨ ਨੂੰ ਕਿਸੇ ਨੇ ਪਿੱਟਿਆ ਨਹੀਂ, ਕਿਸੇ ਦਾ ਪਰਛਾਵਾਂ ਨਹੀਂ ਪਿਆ, ਸੁੱਚਾ ਹੋਏ ਕਹਿ ਜੀਵਿਆ। ਸਤਿਗੁਰੂ ਕਹਿੰਦੇ ਇਹ ਵੱਡਾ ਸੁੱਚਾ ਬਣ ਕੇ ਤੇ ਜਿਹੜਾ ਉਹਨੂੰ ਛਕਣ ਲੱਗਦਾ ਏ, ਲੱਗਾ ਪੜਨ ਸ਼ਲੋਕ ਪੜ੍ਹੇ ਜਾਂਦੇ ਨੇ। ਕੋਥੀ ਜਾਏ ਸੱਟਿਆ ਕਿਸ ਇਹ ਲੱਗਾ, ਦੋਗ ਕਹਿੰਦੇ ਇਹ ਭੈੜੀ ਥਾਂ ਦੇ ਉੱਤੇ, ਭਾਵ ਪੇਟ ਦੇ ਵਿੱਚ ਜਾ ਕੇ ਭੋਜਨ ਡਿੱਗਦਾ ਏ। ਇਹਦਾ ਦੋਸ਼ ਕਿਹਨੂੰ ਦਿਓਗੇ? ਕਹਿੰਦੇ ਇਹਦਾ ਦੋਸ਼ ਆਵੇਗਾ ਬੋਡੀ ਨੂੰ।
ਇਹ ਸਰੀਰ ਦੀ ਸੰਗਤ ਕੀਤੀ ਨਾ, ਇਹਦਾ ਭਾਵ ਇੱਕ ਇਹ ਨਿਕਲਦਾ, ਯਾਦ ਰੱਖਿਓ, ਤਨ ਕਦੀ ਵੀ ਸਾਫ਼ ਨਹੀਂ ਹੋ ਸਕਦਾ। मैं बड़ी बारी अर्ज करते जे ये आप कहीए ना भी बॉडी साफ हो जाए, साफ हो सकती, सुच्ची नहीं हो सकती, क्योंकि साडे जिहड़े रोम ने, मुसाम ने, इन्हां दे विचों पसीना निकलता रहिंदा है। बाणी नहीं जे तुसीं पढ़ो तो अंदर है कि हड्डियां ने, नाड़ां ने, खून है, मिज है, उत्ते लेपन जिहड़ा आ चमड़ी का कीता होया, किसी दी चिट्टी चमड़ी है, किसी दी काली चमड़ी है। मनुख ये चमड़ी दे वल वेख के ही सारी उम्र जिहड़ी विकारां दे वल कढ दिंदा, अंदर कुछ नहीं है। किते तुहानूं डॉक्टरां दी लाइन च जाण दा मौका मिले ना, वो जिस वेले बंदे दा चीर फाड़ करदे ने, अंदर माड़े बंदे दा वेखण नूं दिल नहीं करदा, अंदर जिद्दां दा साफ परमात्मा ने इकट्ठा कीता, जो नाड़ा नूड़ा इकट्ठियां करके पाईयां ने, ये अंदर केवल ते केवल है तो कुछ नहीं, पर असी इस चमड़ी नूं ही सारा कुछ मन के बैठ के इहदे अंदर भी गंदगी ही भरी पई है। किते खून साफ हो रहा, किते गंदा हो रहा है, किते मल खारज हो रहा, किते हार्ट चल रहा, किते कुछ पिया चलदा है। सतगुरु कहंदे ये अंदर ढांचा चलदा, जिवें कोई फैक्ट्री लगी होवे ना, फैक्ट्री ते विचों माल बन के बाहर आउंदा है, अंदर मशीनां लगियां होईयां ने, तो मशीनां दे विच वेखो तुसीं मिट्टी कट्टा भी पैंदा, गंदगी भी जमदी है। ये शरीर भी मशीन ही है, इहदे विच कई तरह दीयां चीज़ां जिहड़ियां गंदगी विस्टा आदि के जम्मी हुई है। सतगुरु कह लगे कौथी जाए सट्टिया किस यह लगा दुख, कहिंदे हुण इहदा दोष कीदा, क्यों? क्योंकि ये शरीर अंदरों ही परमात्मा ने इदां दी विध बनाई है, जिहड़ी जिहड़ी चीज़ की लोड़ वो ताकत कढ लई जाती है, बाकी विस्टा बाहर सुट जाए दिती जाती है। सतगुरु कह लगे अन्न देवता, पानी देवता, बैसंतर देवता, लूण पंजवां पाया किरत, कहिंदे पहला पकवान लिया, अन्न लिया, फिर उर च पानी पाया, फिर अग दे उत्ते रख के लूण पाया ते घ्यो पा के तैयार करके ते जिहड़ा प्रशादा बना दिता, ता हुआ पाक पवित्र। इस तरीके दे नाल पवित्र भोजन तैयार हो गया। पापी स्यों तन गड्डिया, जिहड़ी गल ते अज अर्थ होने ने, कह लगे इस पापी मनुख की संगत करन दे नाल ना, तन का अर्थ करांगे, ये जिहड़ा पवित्र भोजन सी, ये जिस वेले शरीर दे नाल रलिया मिलिया, ये अंदर गया, कहंदे विष्टा बन गई, थुक्कां पईयां, तित जिस भोजन नूं लोक नमस्कार करते हैं। कई तुसीं वेखो अज भी प्रशादा शक्ल लगे नमस्कार करते हैं, जिस भोजन नूं लोक नमस्कार करते हैं, जिस भोजन नूं सिर दे उत्ते चुक्या जाता है, जिन्हों आदर मान दिता जाता है, जदों विष्टा का रूप धारण करता है, सतगुरु कह लगे थुक्कां पईयां, तित कहिंदे उहनूं थुक्कां पैंदियां ने। इस तरीके नाल ही ये अगलियां दो पंक्तियां दे तां अर्थ होणगे भी जिद्दां उस विष्टा ते थुक्कां पैंदियां ने। सतगुरु कहिंदे जित मुख नाम ना उचरै, कहिंदे जिवें एक परमात्मा दे नाम तो बिना मनुख बिन नामै रस खाहे कई प्रकार के भोजन पकवान छकदा है ना, जिहड़ा मनुख पकवान छक के परमात्मा की बंदगी नहीं करता, सतगुरु कह लगे इवें जाणीए। इवें दा अर्थ की करांगे? पापी स्यो तन गड्डिया, वो जिहड़े तन दे विच साफ सुथरा भोजन गया, वो भी विष्टा का रूप धारण कर गया। याद रखी जिहड़ी विष्टा तेरे अंदर गंदगी पई हुई है, जिवें विष्टा दे उत्ते थुक्कां पैंदियां ने ना, जे तू परमात्मा का नाम ना जपिया, सतगुरु कह लगे नानक इवें जाणीए तित मुख थुक्कां पाहे, तेरे मूँह ते भी इदां ही थुक्कां पैणगियां, भाव तैनूं भी इदां ही फटकारां पैणगियां जिवें लोग गंदगी नूं फटकारां पाउंदे ने। देखो सतगुरां ने लॉजिक किड्डा तगड़ा दिता है। अज कोई भी मनुख इहो जिहा नहीं जिहड़ा गंदगी नूं पसंद करदा होवे, है सारिਆਂ दे अंदर, पसंद कोई नहीं करदा। मनुख गंदगी दे वल वेख के थुकदा है, उधरों मूँह मोड़दा है। सतगुरु कह लगे जिवें एक मनुख गंदगी वल नहीं ना मूँह करदा। अमृत बाणी दे मैं दो चार उदाहरणां दे के समाप्ति करां। सतगुरां दी बाणी एक भगत नामदेव जी का बचन कहिंदे इसे तरीके दे नाल जिहड़ा मनुख नाम नहीं जपदा, मैं उहदे मूँह भी नहीं लगदा। जो ना भजनते नारायण तिनका मैं ना करो दर्शना, कहिंदे जिहड़ा परमात्मा का नाम नहीं जपदा, मैं उहदे मुख नहीं लगना, उहदे मत्थे नहीं लगना। क्यों? क्योंकि उहदा हाल भी विष्टा वाला ही है। भाव इहदा ये करांगे गुरमुखो, जिवें अंदरों विष्टा निकलदी है, गंदगी लोग पसंद नहीं ना करदे। जिहड़ा मनुख परमात्मा का नाम नहीं जपदा, वो गुरु घर दे विच प्रवान नहीं जिंदा। वो मनुख परमात्मा के घर दे विच प्रवान नहीं, वो भी गंदगी का कीड़ा ही मन्निया जाता है। अमृत बाणी दे एक दो उदाहरणां दे देवां। सतगुरां दा एक बड़ा प्यारा बचन है गुरु अर्जन साहिब का, कह लगे नाम बिना जो पहरे खाए। कहते जिहड़ा नाम जपन तो बिना, पहरे का अर्थ है पहनना, खाए का अर्थ है खाना। हुण सानू आदत पई हुई है, असीं उठदिआं ही बैड टी लैने आ, सानू मंजे दे उत्ते चाह चाहिदी है, उस तो बाद बैड टी पी के बाद बंदा नहा धो के तैयार तुर हो के किते जाके बाणी पढ़दा है। पर गुरु अर्जन साहिब की कहते, कहते नाम बिना जो पहरे खाए। कहते जिहड़े परमात्मा के नाम तो बिना खांदा पहनदा है, उहदा हाल पता किदां दा, ज्यों कूकर जूठन मैं पाए। कहते जिवें एक कुत्ता
झूठ दे विच मूँह मारदा है ना, वो हाल भलिया तेरा जे तू परमात्मा का नाम जपन तो बिना तन ते कपड़े ते भाव ते मुख दे विच कुछ खाण वाले पदार्थ पाउना है। इनू गुरु अर्जुन साहब महाराज जी ने क्या कहन लगे, भलिया जे तू परमात्मा का दिता होया ये अन्न पकवान छकदा है ना, देखो पकवान माड़ा नहीं। आपां कल भी ये बचन साझा कीता सी कि खाना पीना पवित्र है, दितोन रिजक संभाहे, परमात्मा ने इकट्ठा करके सानू खाण नूं दिता, ये बड़ी पवित्र चीज़ है। पर गुरु अर्जुन साहब कह लगे जिह प्रसाद सत्ती ही अमृत खाहे, जिस मालक की कृपा के नाल 36 प्रकार के भोजन खाना है, तिस ठाकुर का रख मन माहे, उस परमात्मा का शुक्र करे। अगर ये गुरमत भी कहती है कि जिस मैं आरंभ च भी कहा सी, जिस दा दिता खावना तिस कहिए शाबाश, उस परमात्मा नूं शाबाश, उहदी वडियाई करिया करो। सो अज दे श्लोक का समुच्चा तत्त भाव ये निकलदा है, जिवें मनुख दे अंदर पाक पवित्र भोजन गया, वो विष्टा के रूप दे विच बाहर आया, विष्टा वल वेख के मनुख थुकदा है, उहदे ते थुक्कां पैंदियां ने। सतगुरु कहंदे तू सारी उम्र हंडा दित्ती विकारां दे विच, संसार दे विच, परिवार दे विच, जे परमात्मा का नाम ना जपिया तो याद रखी तेरे मूँह के उत्ते भी इदां ही थुक्कां, इदां ही फटकारां पैणगीਆਂ। जित मुख नाम ना उचरै, जिहड़ा मनुख जिहड़ा मुख परमात्मा का नाम नहीं जपदा, बिन नामै रस खाहे, नाम तो बिना पकवान छकदा है। कह लगे नानक इवें जाणिए, इस तरीके दे नाल जिद्दां थुक्कां पैंदियां ने, तित मुख थुक्कां पाहे, उस दे मूँह दे उत्ते भी थुक्कां भाव फिटकारां पैणगीਆਂ ते परमात्मा की दरगाह च टोई नहीं मिलती। सो इस तो अगला श्लोक आपां कल साझा करांगे, भंड जम्मीए भंड निम्मीए भंड मंगण विआहो। सतगुरु कह लगे किवें मनुख दा भंड दे नाल एक औरत दे नाल कई तरह के रिश्ते जुड़ते हैं, तो जिहड़ा अपने आप नूं चौधरी अखवाउंदा है किवें उहनूं जिहड़ा माड़ा कहिंदा है, ये आपां कल दे श्लोक दे विच साझा करांगे। समय की समाप्ति, इन्नियां बेनतियां प्रवान होईयां, भुलां गलतियां दी खेमा बख्शनी। आओ पावन पंक्तियां दा जाप सरवण करके समाप्ति करिए। जित मुख नाम न उचरै, बिन नावै रस खाहे, नानक एवै जानिए, तित मुख थुक्कां पाहे। वाहिगुरु जी का खालसा, वाहिगुरु जी की फतेह।